प्यारे किसान वीरों, प्रोग्राम मेरा पिंड मेरे खेत दे विच तुहाडा स्वागत करते हैं। साडे अज दे इस प्रोग्राम दे विच गलबात दा विषय है कणक दी फसल विच पीली कुंगी, करनाल बंट अते चिट्टों बीमारी दी रोकथाम। इस विषय ते जानकारी देण लई मेरे नाल बैठे ने डॉक्टर अमरजीत सिंह जी, जिहड़े सीनियर प्रसार माहर ने पौधा रोग विभाग पंजाब खेतीबाड़ी यूनीवर्सिटी लुधियाना दा उहदे विच अपनी सेवा निभा रहे ने। इन्हां तो आपां ये सारी जानकारी हासिल करनी आ कि कणक दी फसल जिहड़ी पूरे पंजाब दे विच बहुत ज़्यादा रकबे दे विच बीजी जाती है, मुख फसल है साडे पंजाब दी, ते इहदे ते जिहड़ियां बीमारियां लगदियां ने इन्हां नूं आपां किस तरह रोकथाम इन्हां दी करके कणक दी जिहड़ा झाड़ वधा सकदे हां। सो डॉक्टर अमरजीत सिंह जी, तुहाडा स्वागत है साडे प्रोग्राम मेरा पिंड मेरे खेत दे विच। सब तो पहलां आपां गल करिए जिहड़ियां ये तीनों बीमारियां दी मैं गल कीती है, पीली कुंगी, करनाल बंट ते चिट्टों कणक दी फसल दे विच आउंदियां ने। सब तो पहले यही दसो कि किन्ना कुछ नुकसान आ जिहड़ा कणक दी फसल दे विच बीमारियां कर जांदियां ने। किसान साहब, बहुत ही वधिया सवाल है। सो इन्हां बीमारियां दे नाल आपां पिछे देखदे हां भी जदों पीली कुंगी दा हमला जिहड़ा हैगा अगेता हो जावे ते पिछले आपां 10 सालां दी झात मारीए उदों बी पाया भी नहीं मुड़दा, क्योंकि जे अगेता हो जाए तो फिर उहदे झाड़ दा नुकसान जिहड़ा काफ़ी हो जांदा। ते दूसरियां बीमारियां ने जिहड़ियां हैगीआं ने उन्हां दे नाल जिहड़ा हैगा इन्ना झाड़ दा नुकसान नहीं हुंदा। पर करनाल बंट दी गल करिए इहदे नाल, क्योंकि असीं कणक जिहड़ी बाहरले देशां नूं भेजणी आ ते ਉਹਦੀ ਕੁਆਲਿਟੀ ਦੇ ਉੱਤੇ ਮਾੜਾ ਅਸਰ ਜਿਹੜਾ ਹੈਗਾ ਉਹ ਪੈਂਦਾ। ਦੇਖੋ ਦੋਸਤੋ, ਗੱਲ ਇਹ ਹੈ ਵੀ ਡਾਕਟਰ ਸਾਹਿਬ ਨੇ ਦੱਸਿਆ ਕਿ ਜਿਹੜੀਆਂ ਬਹੁਤਾ ਅਸਰ ਤਾਂ ਨਹੀਂ ਕਰਦੀਆਂ ਬਿਮਾਰੀਆਂ ਕਣਕ ਦੀ ਫਸਲ ਦੇ ਉੱਤੇ ਜੇ ਅਸੀਂ ਸਹੀ ਸਮੇਂ ਤੇ ਇਹਨਾਂ ਦਾ ਕੰਟਰੋਲ ਕਰ ਲਈਏ, ਪਰ ਜਿਹੜੀ ਕਰਨਾਲ ਬੰਟ ਹੈ ਇਹ ਸਾਡੀ ਕਣਕ ਦੇ ਉੱਤੇ ਇਹੋ ਜਿਹਾ ਨੁਕਸਾਨ ਕਰਦੀ ਹੈ ਜਿਹੜੀ ਸਾਨੂੰ ਮਾਰਕੀਟਿੰਗ ਦੇ ਵਿੱਚ ਬਾਅਦ ਦੇ ਵਿੱਚ ਕਣਕ ਦੇ ਉੱਤੇ ਕਾਫੀ ਸਮੱਸਿਆ ਆ ਜਾਂਦੀ ਆ। ਸੋ ਜ਼ਰੂਰੀ ਆ ਆਪਾਂ ਇਹਨਾਂ ਤਿੰਨੇ ਬਿਮਾਰੀਆਂ ਦੀ ਰੋਕਥਾਮ ਸਮਾਂ ਰਹਿੰਦੇ ਕਰੀਏ। ਡਾਕਟਰ ਸਾਹਿਬ, ਆਪਾਂ ਸਭ ਤੋਂ ਪਹਿਲਾਂ ਗੱਲ ਕਰੀਏ ਪੀਲੀ ਕੁੰਗੀ ਦੀ। ਕਿੱਥੋਂ ਆਉਂਦੀ ਹੈ ਬਿਮਾਰੀ, ਕਿਵੇਂ ਇਹ ਕਣਕ ਦੀ ਫਸਲ ਦੇ ਵਿੱਚ ਕਿਹੜੇ ਸਮੇਂ ਦੇ ਵਿੱਚ ਜ਼ਿਆਦਾ ਆਉਂਦੀ ਹੈ ਤੇ ਕਿਸ ਤਰ੍ਹਾਂ ਆਉਂਦੀ ਹੈ? ਥੋੜ੍ਹਾ ਪਹਿਲਾਂ ਇਹਦੀ ਵਿਸਥਾਰ ਨਾਲ ਇਹਦੇ ਸੰਬੰਧੀ ਦੱਸੀ। ਸੋ ਪੰਜਾਬ ਦੇ ਵਿੱਚ ਜਿਹੜੀ ਪੀਲੀ ਕੁੰਗੀ ਹੈਗੀ ਆ ਚੌਹਾਨ ਸਾਹਿਬ, ਇਹ ਸਾਡੀ ਜਿਹੜੀ ਹੈਗੀ ਆ ਪਹਾੜਾਂ ਦੇ ਉੱਤੇ ਜੀ, ਉੱਥੇ ਜਿਹੜੀ ਕਣਕ ਜਿਹੜੀ ਹੈਗੀ ਆ ਅਸੀਂ ਜੂਨ ਦੇ ਵਿੱਚ ਬੀਜ ਲੈਣਾ ਤੇ ਅਕਤੂਬਰ ਦੇ ਵਿੱਚ ਵੱਢ ਦਿੰਦੇ ਆ। ਤੇ ਪੀਲੀ ਕੁੰਗੀ ਦੇ ਕਣ ਜਿਹੜੇ ਹੈਗੇ ਨਾ ਉੱਥੇ ਜਿਹੜੀ ਹੈਗੀ ਆ ਗਰਮੀ ਰੁੱਤ ਦੀ ਜਿਹੜੀ ਫਸਲ ਆ ਉਹਦੇ ਉੱਤੇ ਪਲਦੀ ਰਹਿੰਦੀ ਹੈ। ਤੇ ਬਾਅਦ ਦੇ ਵਿੱਚ ਸਾਡਾ ਜਿਹੜਾ ਨੀਮ ਪਹਾੜੀ ਖੇਤਰ ਜਿਹੜਾ ਹੈਗਾ, ਹੁਸ਼ਿਆਰਪੁਰ ਦੀ ਗੱਲ ਕਰੀਏ ਤੇ ਗੜ੍ਹਸ਼ੰਕਰ, ਮਾਲਪੁਰ, ਰੋਪੜ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਬਲਾਕ, ਤੇ ਇੱਧਰ ਆਪਾਂ ਗੁਰਦਾਸਪੁਰ ਦੀ ਗੱਲ ਕਰੀਏ ਰਾਮਦਾਸ, ਕਲਾਨੌਰ, ਇਹਨਾਂ ਖੇਤਰਾਂ ਦੇ ਵਿੱਚ ਇਸ ਦਾ ਹਮਲਾ ਜਿਹੜਾ ਹੈਗਾ ਉਹ ਅਗੇਤਾ ਹੋ ਜਾਂਦਾ। ਕਿਉਂਕਿ ਇਹ ਦਸੰਬਰ ਤੋਂ ਬਾਅਦ, ਅੱਧ ਦਸੰਬਰ ਤੋਂ ਬਾਅਦ ਇੱਥੇ ਜਿਹੜਾ ਪਹਾੜਾਂ ਦੇ ਵਿੱਚ ਨੀਮ ਪਹਾੜੀ ਖੇਤਰਾਂ ਦੇ ਵਿੱਚ ਜਿਹੜੀ ਸਾਡੀ ਕਣਕ ਬੀਜਦੇ ਆ ਤੇ ਉਹਦੇ ਉੱਤੇ ਜਿਹੜੇ ਹੈਗੇ ਨੇ ਇਹ ਆਪਣੇ ਪਹਾੜੀ ਏਰੀਏ ਦੇ ਉੱਤੇ ਜਿਹੜਾ ਪਹਿਲਾਂ ਗੱਲ ਕਰਕੇ ਹਟਿਆ, ਜਿਵੇਂ ਕਿ ਜੰਮੂ ਕਸ਼ਮੀਰ ਦਾ ਏਰੀਆ ਹੋ ਗਿਆ, ਕਾਰਗਲ ਦਾ ਏਰੀਆ ਹੋ ਗਿਆ, ਤੇ ਇਹਨਾਂ ਏਰੀਆ ਦੇ ਉੱਤੋਂ ਬਿਮਾਰੀ ਦੇ ਕਣ ਜਿਹੜੇ ਆ ਕੇ ਸਾਡੇ ਨੀਮ ਪਹਾੜੀ ਖੇਤਰਾਂ ਦੇ ਵਿੱਚ ਬੀਜੀ ਕਣਕ ਜਿਹੜੀ ਹੈਗੀ ਆ ਉੱਥੇ ਹਮਲਾ ਕਰ ਦਿੰਦੇ ਨੇ। ਡਾਕਟਰ ਅਮਰਜੀਤ ਸਿੰਘ ਜੀ, ਬਿਲਕੁਲ ਤੁਸੀਂ ਠੀਕ ਕਿਹਾ ਕਿ ਪਹਾੜਾਂ ਦੇ ਉੱਤੋਂ ਇਹ ਬਿਮਾਰੀ ਦਾ ਜਿਹੜਾ ਅਸਰ ਸ਼ੁਰੂ ਹੁੰਦਾ ਸਾਡੇ ਨੀਮ ਪਹਾੜੀ ਇਲਾਕੇ ਦੇ ਵਿੱਚ ਪਹਿਲਾਂ, ਤੇ ਫਿਰ ਹੌਲੀ ਹੌਲੀ ਜਿਹੜਾ ਮੱਧ ਏਰੀਆ ਸਾਡੇ ਪੰਜਾਬ ਦਾ, ਤੇ ਉਸ ਤੋਂ ਬਾਅਦ ਫਿਰ ਜਿਹੜਾ ਸਾਡਾ ਮਾਲਵਾ ਖੇਤਰ ਆ, ਜੇ ਅਸੀਂ ਥੱਲੇ ਵਾਲਾ ਏਰੀਆ ਲਾ ਲਈ, ਉੱਥੇ ਤੱਕ ਇਹਦਾ ਅਸਰ ਪਹੁੰਚਦਾ ਹੈ। ਦੋਸਤੋ, ਪਹਾੜਾਂ ਦੇ ਵਿੱਚ ਇਸ ਬਿਮਾਰੀ ਦੇ ਕਣ ਆ ਨਾ ਜਿਹੜੇ ਆਮ ਨਦੀਨਾਂ ਦੇ ਉੱਤੇ ਡਾਕਟਰ ਸਾਹਿਬ ਜਾਂ ਹੋਰ ਫਸਲਾਂ ਦੇ ਉੱਤੇ ਤੁਸੀਂ ਦੱਸਿਆ ਕਿ ਹੁੰਦੇ ਨੇ, ਉਹ ਜਿਹੜੇ ਹੌਲੀ ਹੌਲੀ ਫਿਰ ਹਵਾ ਵਗਦੀ ਹੈ ਜਿਹੜੀ ਇੱਧਰ ਨੂੰ ਦਸੰਬਰ ਤੋਂ ਬਾਅਦ ਇੱਧਰ ਸਾਡੇ ਪੰਜਾਬ ਦੇ ਵਿੱਚ ਆਉਣੇ ਸ਼ੁਰੂ ਹੋ ਜਾਂਦੇ ਆ। ਸੋ ਇਹ ਫਿਰ ਅੱਗੇ ਜਾ ਕੇ ਕਣਕ ਦੀ ਫਸਲ ਦੇ ਉੱਤੇ ਆ ਜਾਂਦੇ ਆ ਤੇ ਨੁਕਸਾਨ ਕਰਦੇ ਆ। ਸੋ ਡਾਕਟਰ ਸਾਹਿਬ, ਜਦੋਂ ਇਹ ਕਣਕ ਦੀ ਫਸਲ ਦੇ ਉੱਤੇ ਕਣਕ ਨੀਮ ਪਹਾੜੀ ਇਲਾਕੇ ਦੇ ਵੀ ਆਪਾਂ ਗੱਲ ਕਰੀਏ ਆ ਗਏ, ਤਾਂ ਫਿਰ ਇਹ ਕਿਸ ਤਰ੍ਹਾਂ ਉਹ ਫਸਲ ਨੂੰ ਉਹਦੇ ਉੱਤੇ ਅਸਰ ਕਰਦੇ ਆ ਜ਼ਿਆਦਾ, ਤੇ ਕੀ ਉਹਦਾ ਨੁਕਸਾਨ ਹੁੰਦਾ ਫਸਲ ਦਾ? ਇਹ ਬਿਮਾਰੀ ਜਿਹੜੀ ਹੈਗੀ ਆ ਧੂੜੀਆਂ ਦੇ ਵਿੱਚ ਹਮਲਾ ਕਰਦੀ ਆ ਜੀ, ਤੇ ਉਹ ਸਾਰੇ ਖੇਤ ਦੇ ਵਿੱਚ ਨਹੀਂ ਸਾਨੂੰ ਦਿਸਦੀ। ਤਕਰੀਬਨ ਅੱਧ ਦਸੰਬਰ ਤੋਂ ਬਾਅਦ, ਪਿਛਲੇ ਸਾਲ ਦੀ ਗੱਲ ਕਰੀਏ ਜੇ ਆਪਾਂ, ਸਾਨੂੰ ਇਹ 26 ਦਸੰਬਰ ਦੇ ਨੇੜੇ ਤੇੜ ਜਿਹੜੀ ਹੈਗੀ ਆ ਇਹ ਅਨੰਦਪੁਰ ਸਾਹਿਬ ਦਾ ਬਲਾਕ ਜਿਹੜਾ ਹੈਗਾ ਉੱਥੇ ਦੇ ਆਪਣੇ ਚੰਦੇਸਰ ਪਿੰਡ ਤੇ ਹੇਠਲੀ ਡਰੋਲੀ 26 ਦਸੰਬਰ ਨੂੰ ਸਾਨੂੰ ਪਹਿਲੇ ਜਿਹੜਾ ਹੈਗਾ ਇਹਦਾ ਜਿਹੜਾ ਹੈਗਾ ਸ਼ੁਰੂਆਤੀ ਹਮਲਾ ਜਿਹੜਾ ਉੱਥੇ ਸਾਨੂੰ ਧੂੜੀਆਂ ਦੇ ਵਿੱਚ ਦੇਖਣ ਨੂੰ ਮਿਲਿਆ। ਉਸ ਤੋਂ ਬਾਅਦ ਇਹ ਬਾਕੀ ਦੇ ਜਿਹੜੇ ਨਾਲ ਦੇ ਹੋਰ ਪਿੰਡ ਜਿਹੜੇ ਹੈਗੇ ਨੇ, ਫਿਰ ਬਾਅਦ ਦੇ ਵਿੱਚ ਹੁਸ਼ਿਆਰਪੁਰ ਦੇ ਵਿੱਚ, ਗੁਰਦਾਸਪੁਰ ਦੇ ਵਿੱਚ, ਇਸੇ ਤਰ੍ਹਾਂ ਹੀ ਹੌਲੀ ਹੌਲੀ ਫੈਲ ਗਿਆ ਇਹ ਬਿਮਾਰੀ ਜਿਹੜੀ ਆ ਉਹ ਅੱਗੇ ਫੈਲ ਜਾਂਦੀ ਆ। ਪਹਿਲਾਂ ਇਹਦਾ ਹਮਲਾ ਜਿਹੜਾ ਹੁੰਦਾ ਉਹ ਧੂੜੀਆਂ ਦੇ ਵਿੱਚ ਹੁੰਦਾ। ਸੋ ਇਹਨਾਂ ਧੂੜੀਆਂ ਦੇ ਵਿੱਚ ਆਪਾਂ ਇਹ ਬਿਮਾਰੀ ਦੀ ਗੱਲ ਕਰ ਲਈਏ ਵੀ ਕਿਸ ਤਰ੍ਹਾਂ ਜਿਹੜੀ ਹੈਗੀ ਆ, ਜਦੋਂ ਸਾਨੂੰ ਨਜ਼ਰ ਕਦੋਂ ਕੁ ਆਉਂਦੀ ਆ, ਜਿਸ ਵੇਲੇ ਅਸੀਂ ਪਾਣੀ ਲਾਉਂਦੇ ਆ
ਠੀਕ ਹੈ, ਖੇਤਾਂ ਦੇ ਵਿੱਚ ਗੇੜਾ ਮਾਰਦੇ ਆ, ਉਦੋਂ ਸਾਨੂੰ ਇਹਦੇ ਕਣ ਜਿਹੜੇ ਹੈਗੇ ਆ ਨਜ਼ਰ ਆ ਜਾਂਦੇ ਨੇ। ਸੋ ਇਸ ਬਿਮਾਰੀ ਦੀ ਪਛਾਣ ਦੀ ਗੱਲ ਆਪਾਂ ਗੱਲ ਕਰ ਲਈਏ ਜੇ, ਸੋ ਇਹਦੇ ਨਾਲ ਕੀ ਹੁੰਦਾ ਵੀ ਪੱਤਿਆਂ ਦੇ ਉੱਤੇ ਇਹਦੇ ਹਮਲੇ ਦੇ ਨਾਲ ਪੀਲੇ ਰੰਗ ਦੀਆਂ ਜਿਹੜੀਆਂ ਧਾਰੀਆਂ ਬਣ ਜਾਂਦੀਆਂ। ਸੋ ਇਹਨਾਂ ਪੀਲੀਆਂ ਧਾਰੀਆਂ ਦੇ ਵਿੱਚ ਹਲਦੀ ਰੰਗਾ ਪਾਊਡਰ ਜਿਹੜਾ ਹੈਗਾ, ਇਹ ਉੱਲੀ ਦਾ ਪਾਊਡਰ ਜਿਹੜਾ ਹੈਗਾ ਉਹ ਪੈਦਾ ਹੋ ਜਾਂਦਾ ਜੀ। ਸੋ ਇਹ ਜਦੋਂ ਮੌਸਮ ਜਿਹੜੇ ਲਈ ਇਹਦੇ ਲਈ ਅਨੁਕੂਲ ਹੋ ਜਾਵੇ, ਤਕਰੀਬਨ ਆਪਾਂ ਗੱਲ ਕਰੀਏ ਜਦੋਂ ਰਾਤ ਦਾ ਤਾਪਮਾਨ ਜਿਹੜਾ ਹੈਗਾ 7 ਤੋਂ ਲੈ ਕੇ 13 ਡਿਗਰੀ ਸੈਂਟੀਗ੍ਰੇਡ ਤੇ ਦਿਨ ਦਾ ਜਿਹੜਾ ਤਾਪਮਾਨ ਜਿਹੜਾ ਹੈਗਾ 15 ਡਿਗਰੀ ਸੈਂਟੀਗ੍ਰੇਡ ਤੋਂ ਲੈ ਕੇ ਆਪਣੇ 22-24 ਦੇ ਨੇੜੇ ਤੇੜੇ ਜਿਹੜਾ ਜਦੋਂ ਰਹੇ, ਤੇ ਹਵਾ ਦੇ ਵਿੱਚ ਜਿਹੜੀ ਨਮੀ ਦੀ ਮਾਤਰਾ ਜਿਹੜੀ ਹੈਗੀ ਆ 80-85 ਤੋਂ ਲੈ ਕੇ 100% ਜਿਹੜੀ ਆ ਜਦੋਂ ਰਹਿੰਦੀ ਆ, ਤੇ ਉਦੋਂ ਇਹ ਬਿਮਾਰੀ ਦੇ ਕਣ ਜਿਹੜੇ ਹੈਗੇ ਨੇ ਇਹਦੇ ਚਾਂਸ ਜਿਹੜੇ ਆ ਵਧਣ ਦੇ ਜ਼ਿਆਦਾ ਹੋ ਜਾਂਦੇ ਨੇ। ਸੋ ਇਹਨਾਂ ਹਾਲਾਤਾਂ ਦੇ ਵਿੱਚ ਇਹਦੇ ਪੀਲੇ ਰੰਗ ਦੇ ਜਿਹੜੇ ਕਣ ਨੇ ਉਹ ਦੁਆਰਾ ਹੀ ਫਸਲ ਦੇ ਉੱਤੇ ਹਮਲਾ ਕਰਦੇ ਰਹਿੰਦੇ ਨੇ। ਪੀਲੇ ਰੰਗ ਦੀ ਕਾਣਾ ਜਿਹੜੇ ਪੱਤਿਆਂ ਦੇ ਉੱਤੇ ਨਜ਼ਰ ਆਉਂਦੇ ਆ, ਧਾਰੀਆਂ ਦੇ ਵਿੱਚ ਨਜ਼ਰ ਆਉਂਦੇ ਆ, ਜਦੋਂ ਅਸੀਂ ਖੇਤ ਦੇ ਵਿੱਚ ਦੀ ਲੰਘਦੇ ਆ ਤਾਂ ਸਾਡੇ ਕੱਪੜਿਆਂ ਨੂੰ ਉਹ ਪੀਲਾ ਰੰਗ ਆ ਜਿਹੜਾ ਹਲਦੀ ਜੀ ਆ ਜਿਹੜੀ ਉਹ ਕੱਪੜਿਆਂ ਨੂੰ ਲੱਗਦੀ ਆ। ਸੋ ਬਹੁਤ ਵਧੀਆ ਨਿਸ਼ਾਨੀ ਆ ਕਿਸਾਨ ਵੀਰੋ, ਤੁਸੀਂ ਸਾਰੇ ਇਸ ਬਿਮਾਰੀ ਤੋਂ ਭਲੀ ਭਾਂਤੀ ਜਾਣੂ ਹੋ, ਕਿਉਂਕਿ ਪਿਛਲੇ ਕਈ ਸਾਲਾਂ ਤੋਂ ਆਪਣੇ ਪੰਜਾਬ ਦੇ ਵਿੱਚ ਇਹ ਬਿਮਾਰੀ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਬਿਮਾਰੀ ਜਿਹੜੀ ਆ, ਜੇਕਰ ਆਪਾਂ ਇਹਨੂੰ ਸਮੇਂ 'ਤੇ ਕੰਟਰੋਲ ਨਾ ਕੀਤਾ ਤਾਂ ਇਹ ਕਾਫੀ ਸਾਡੀ ਪੱਤਿਆਂ ਦਾ, ਬੂਟੇ ਦਾ ਨੁਕਸਾਨ ਕਰਦੀ ਹੈ, ਅਤੇ ਅੱਗੇ ਫਿਰ ਇਹ ਜਾ ਕੇ ਦਾਣਿਆਂ ਦੇ ਉੱਤੇ ਵੀ ਨੁਕਸਾਨ ਕਰਦੀ ਆ। ਸੋ ਡਾਕਟਰ ਸਾਹਿਬ, ਆਪਾਂ ਫਿਰ ਇਸ ਬਿਮਾਰੀ ਨੂੰ ਜਦੋਂ ਕਣ ਸਾਡੇ ਪੰਜਾਬ ਦੇ ਵਿੱਚ ਨਜ਼ਰ ਆ ਗਏ, ਖੇਤ ਦੇ ਵਿੱਚ ਨਜ਼ਰ ਆ ਗਈ, ਤਾਂ ਆਪਾਂ ਨੂੰ ਫਿਰ ਕੰਟਰੋਲ ਕਿਵੇਂ ਕਰਨਾ? ਸਾਡੇ ਜ਼ਿਮੀਂਦਾਰ ਭਰਾਵਾਂ ਨੂੰ ਹੁਣ ਸਾਡੇ ਵੱਲੋਂ ਇਹ ਸੁਜੈਸ਼ਨ ਹੈਗੀ ਆ ਵੀ ਹੁਣ ਅੱਜ ਕੱਲ੍ਹ ਜਿਹੜੇ ਦਿਨ ਹੈਗੇ ਨੇ ਆਪਣੇ ਖੇਤਾਂ ਦਾ ਜਿਹੜਾ ਸਰਵੇਖਣ ਕਰਨ, ਜਦੋਂ ਪਾਣੀ ਲਾਉਂਦੇ ਉਦੋਂ ਵੀ ਚੰਗੀ ਤਰ੍ਹਾਂ ਨਿਗਾਹ ਜਿਹੜੀ ਆ ਮਾਰਨ ਜੀ। ਤੇ ਜੇ ਲੱਗਦਾ ਵੀ ਕਣਕ, ਵੈਸੇ ਇਹ ਤੋਂ ਇਲਾਵਾ ਵੀ ਕਈ ਕਾਰਨਾਂ ਕਰਕੇ, ਹੋਰ ਕਾਰਨਾਂ ਕਰਕੇ ਵੀ ਪੀਲੀ ਪੈ ਜਾਂਦੀ ਆ, ਤੇ ਜਿਵੇਂ ਹੁਣ ਧੁੰਦ ਵਾਲਾ ਮੌਸਮ ਚੱਲ ਰਿਹਾ, ਭਾਰਾ ਪਾਣੀ ਲੱਗ ਜੇ ਤੇ ਉਹਦੇ ਨਾਲ ਵੀ ਕਣਕ ਜਿਹੜੀ ਆ ਕਈ ਵਾਰੀ ਪੀਲੀ ਪੈ ਜਾਂਦੀ ਹੈ, ਜਾਂ ਮੈਗਨੀਜ਼ ਦੀ ਘਾਟ ਹੋਵੇ ਫਿਰ ਵੀ ਕਣਕ ਜਿਹੜੀ ਆ ਪੀਲੀ ਪੈ ਜਾਂਦੀ ਆ। ਪਰ ਇਹਦੀ ਪਹਿਚਾਣ ਪਹਿਲਾਂ ਜ਼ਰੂਰ ਕਰ ਲੈਣੀ ਚਾਹੀਦੀ ਆ ਵੀ ਇਹ ਜਿਹੜੇ ਹੈਗੇ ਨੇ ਪੀਲੇ ਰੰਗ ਦੇ ਜਿਹੜੇ ਕਣ ਨੇ, ਆਪਾਂ ਕੋਈ ਕਾਲੇ ਰੰਗ ਦਾ ਕੱਪੜਾ ਲੈ ਕੇ ਤੇ ਉਹਦੇ ਉੱਤੇ ਨੂੰ ਪੱਤੇ ਨੂੰ ਜਿਹੜਾ ਟੱਚ ਕਰਕੇ ਦੇਖੀਏ ਤੇ ਉੱਤੇ ਪੀਲੇ, ਕਾਲੇ ਦੇ ਉੱਤੇ ਪੀਲੇ ਦਾ ਸਮੇਲ ਬਹੁਤ ਵਧੀਆ ਹੁੰਦਾ, ਜਾਂ ਅਸੀਂ ਹੱਥਾਂ ਦੇ ਵਿੱਚ ਜਿਹੜਾ ਹੈਗਾ ਉਹਨੂੰ ਲਾ ਕੇ ਦੇਖੀਏ ਤੇ ਪੀਲੇ ਰੰਗ ਦਾ ਪਾਊਡਰ ਸਾਡੇ ਹੱਥਾਂ ਤੇ ਜਾਂ ਕਾਲੇ ਰੰਗ ਦੇ ਕੱਪੜਿਆਂ ਦੇ ਉੱਤੇ ਜਿਹੜਾ ਪੈਦਾ ਹੋ ਜਾਂਦਾ। ਸੋ ਇਸ ਕਰਕੇ ਅਸੀਂ ਜਿਹੜਾ ਹੈਗਾ ਇਹਨਾਂ ਦਿਨਾਂ ਦੇ ਵਿੱਚ ਆਪਣੇ ਖੇਤਾਂ ਦਾ ਸਰਵੇਖਣ ਕਰੀਏ। ਜਦੋਂ ਹੀ ਬਿਮਾਰੀ ਜਿਹੜੀ ਹੈਗੀ ਹੈ, ਕਿਉਂਕਿ ਹਮਲਾ ਜਿਹੜੀ ਆ ਧੋੜੀਆਂ ਦੇ ਵਿੱਚ ਕਰਦੀ ਹੈ, ਉਹਨਾਂ ਧੋੜੀਆਂ ਨੂੰ ਅਸੀਂ ਜਿਹੜੇ ਸਿਫਾਰਿਸ਼ ਕੀਤੇ ਹੋਏ ਕਿਸੇ ਵੀ ਉੱਲੀ ਨਾਸ਼ਕ ਦਾ ਜਿਹੜਾ ਛਿੜਕਾਅ ਕਰਕੇ ਅਸੀਂ ਜਿਹੜਾ ਹੈਗਾ ਉੱਥੇ ਹੀ ਇਹਨੂੰ ਨੱਪ ਲੈਣਾ। ਸੋ ਇਹ ਉੱਲੀ ਨਾਸ਼ਕ ਜਿਹੜੇ ਹੈਗੇ ਨੇ, ਜਿਵੇਂ ਕਿ ਆਪਾਂ ਗੱਲ ਕਰੀਏ ਨਟੀਬੋ ਜਿਹੜੀ ਹੈਗੀ 120 ਗ੍ਰਾਮ ਪ੍ਰਤੀ ਏਕੜ ਜੀ, ਕੈਵੀਅਟ ਜਿਹੜੀ ਹੈਗੀ ਆ 200 ਗ੍ਰਾਮ ਹੋ ਗਈ, ਓਪੇਰਾ 200 ਮਿਲੀਲੀਟਰ, ਟਿਲਟ ਹੋ ਗਈ 200 ਮਿਲੀਲੀਟਰ। ਸੋ ਇਹ ਟਿਲਟ, ਬੰਪਰ, ਸ਼ਾਈਨ ਆਦਿ ਜਿਹੜੀਆਂ ਨੇ, ਇਹਨਾਂ ਦਾ ਜਿਹੜਾ ਹੈਗਾ ਆਪਾਂ 200 ਮਿਲੀਲੀਟਰ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਜਿਹੜਾ ਉਸ ਧੋੜੀ ਦੇ ਉੱਤੇ ਆਪਾਂ ਜਿਹੜਾ ਉਹ ਛਿੜਕਾਅ ਕਰ ਦੇਣਾ। ਡਾਕਟਰ ਅਮਰਜੀਤ ਸਿੰਘ ਜੀ, ਬਹੁਤ ਵਧੀਆ ਤੁਸੀਂ ਦੱਸਿਆ ਹੈ ਕਿ ਦਵਾਈਆਂ ਹੈਗੀਆਂ ਨੇ ਸਾਡੇ ਕੋਲ ਕੰਟਰੋਲ, ਜਿਨ੍ਹਾਂ ਦੇ ਨਾਲ ਇਹ ਸਮੇਂ ਸਿਰ ਹੋ ਸਕਦੀ ਹੈ। ਜੇ ਥੋੜ੍ਹੀ ਬਿਮਾਰੀ ਸਾਡੇ ਖੇਤ ਦੇ ਵਿੱਚ, ਜੇ ਅਸੀਂ ਉੱਥੇ ਹੀ ਇਹਨੂੰ ਕੰਟਰੋਲ ਕਰ ਲਈਏ ਤਾਂ ਫਿਰ ਜਿਹੜਾ ਸਾਨੂੰ ਦਵਾਈ ਵੀ ਘੱਟ ਕਰਨੀ ਪਊਗੀ, ਅਤੇ ਮਤਲਬ ਇਹਦਾ ਨੁਕਸਾਨ ਵੀ ਜਿਹੜਾ ਘੱਟ ਹੋਊਗਾ। ਸੋ ਕਿਸਾਨ ਵੀਰੋ, ਦੇਖੋ ਦਵਾਈਆਂ ਇਕੱਲੀ ਤੁਹਾਡੇ ਦਿਮਾਗ ਦੇ ਵਿੱਚ ਟਿਲਟ ਹੀ ਚੱਲਦੀ ਹੈ ਮੈਨੂੰ ਲੱਗਦਾ, ਕਿਉਂਕਿ ਆਮ ਇੱਕ ਕਾਮਨ ਦਵਾਈ ਸੀਗੀ, ਹੋਰ ਵੀ ਬਹੁਤ ਸਾਰੀਆਂ ਦਵਾਈਆਂ ਨੇ। ਸੰਪਰਕ ਕਰੀਏ ਆਪਾਂ ਨਾਲ ਦੇ ਨੇੜੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਦੇ ਮਾਹਰਾਂ ਦੇ ਨਾਲ, ਜਾਂ ਆਪਣੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਦੇ ਨਾਲ, ਤਾਂ ਕਿ ਆਪਾਂ ਇਸ ਬਿਮਾਰੀ ਨੂੰ ਆਉਂਦੀ ਨੂੰ ਹੀ ਕੰਟਰੋਲ ਕਰ ਲਈਏ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਿਮਾਰੀ ਵਧੇ ਨਾ। ਸੋ ਡਾਕਟਰ ਸਾਹਿਬ, ਇਹ ਤਾਂ ਸੀ ਕੰਟਰੋਲ ਪੀਲੀ ਕੁੰਗੀ ਦਾ। ਸੋ ਆਪਾਂ ਗੱਲ ਕਰ ਲਈ ਹੈ, ਆਪਾਂ ਗੱਲ ਕਰ ਲਈਏ ਹੁਣ ਕਰਨਾਲ ਬੰਟ ਦੀ ਜੀ। ਹਾਂਜੀ, ਇਹ ਬਿਮਾਰੀ ਕੀ ਹੈ, ਇਹਦੀਆਂ ਨਿਸ਼ਾਨੀਆਂ ਖੇਤ ਦੇ ਵਿੱਚ ਕੀ ਨੇ, ਤੇ ਕਦੋਂ ਕਿ ਇਹ ਨਜ਼ਰ ਆਉਂਦੀ ਹੈ, ਇਹਦੇ ਬਾਰੇ ਥੋੜ੍ਹਾ ਜਿਹਾ ਵਿਸਥਾਰ ਨਾਲ ਦੱਸੋ। ਕਰਨਾਲ ਬੰਟ ਜਿਹੜੀ ਹੈਗੀ ਆ, ਇਹ ਵੀ ਇੱਕ ਸਾਡੀ ਉੱਲੀ ਦੀ ਬਿਮਾਰੀ ਆ। ਸੋ ਇਹ ਬਿਮਾਰੀ ਜਿਹੜੀ ਹੈਗੀ ਆ ਬੀਜ ਰਾਹੀਂ, ਤੇ ਇਹਦੇ ਕਣ ਜਿਹੜੇ ਹੈਗੇ ਨੇ ਦੂਸਰਾ ਜ਼ਮੀਨ ਦੇ ਵਿੱਚ ਪਲਦੇ ਰਹਿੰਦੇ ਨੇ ਜੀ। ਸੋ ਇਹਦੇ ਲਈ ਕੀ ਹੁੰਦਾ ਵੀ ਅਸੀਂ ਜਿਹੜੀ ਕਣਕ ਪਹਿਲਾਂ ਬੀਜਣੀ ਆ, ਜਾਂ ਅਸੀਂ ਜਿਹੜਾ ਬੀਜ ਸਟੋਰ ਕਰਨਾ, ਉਹਦੇ ਲਈ ਕਰਨਾ ਵੀ 2 ਮੁੱਠੀਆਂ ਜਿਹੜੀ ਆਪਾਂ ਕਣਕ ਲੈ ਲਈਏ ਬੀਜ ਵਾਲੀ, ਤੇ ਉਹਨੂੰ ਪਾਣੀ 'ਚ ਭਿਉਂ ਕੇ ਚਿੱਟੇ ਕਾਗਜ਼ 'ਤੇ ਖਿਲਾਰ ਲੈਣਾ, ਤੇ ਉਹਦੇ ਵਿੱਚੋਂ ਸਾਨੂੰ ਜੇ ਲੱਗੇ ਵੀ 4-5 ਦਾਣੇ ਜਿਹੜੇ ਹੈਗੇ ਨੇ ਕਾਲੇ ਰੰਗ ਦੇ, ਇਸ ਬਿਮਾਰੀ ਦੇ ਨਾਲ ਪ੍ਰਭਾਵਿਤ ਦਾਣਿਆਂ ਜਿਹੜੇ ਹੈਗੇ ਨੇ ਅੰਦਰੋਂ ਢਿੱਡ ਜਿਹਾ ਜਿਹੜਾ ਆਪਾਂ ਕਹਿ ਦਈਏ ਵੀ ਉੱਥੇ ਕਾਲੇ ਰੰਗ ਦੇ ਕਿਣਕੇ ਪੈਦਾ ਹੋ ਜਾਂਦੇ ਨੇ। ਸੋ ਉਹ 4-5 ਦਾਣੇ ਜਿਹੜੇ ਹੈਗੇ ਆ, ਜੇ ਆਪਾਂ ਨੂੰ ਕਾਲੇ ਰੰਗ ਦੇ ਨਜ਼ਰ ਆਉਣ, ਉਹ ਕਰਨਾਲ ਬੰਟ ਦੀ ਬਿਮਾਰੀ ਹੁੰਦੀ ਆ।
ਤੇ ਆਪਾਂ ਫਿਰ ਅਜਿਹਾ ਜਿਹੜਾ ਬੀਜ ਜਿਹੜਾ ਹੈਗਾ ਉਹ ਕਣਕ ਦੀ ਬਿਜਾਈ ਲਈ ਨਹੀਂ ਵਰਤਣਾ। ਤੇ ਜੇ ਆਪਾਂ ਅਜਿਹੇ ਬੀਜ ਨੂੰ ਹੱਥਾਂ ਦੇ ਵਿੱਚ ਮਲੀਏ ਤਾਂ ਇਹਦੇ ਵਿੱਚੋਂ ਪ੍ਰਭਾਵਿਤ ਕਣਕ ਦੇ ਵਿੱਚੋਂ ਕਾਲੇ ਰੰਗ ਦੇ ਕਿਣਕੇ ਜਿਹੜੇ ਆ ਉਹ ਬਾਹਰ ਆ ਜਾਂਦੇ ਨੇ ਤੇ ਸਾਡੇ ਆਪਣੇ ਹੱਥਾਂ ਦੇ ਵਿੱਚੋਂ ਹੀ ਬੜੀ ਭੈੜੀ ਜਿਹੜੀ ਆ ਉਹ ਦੁਰਗੰਧ ਮਾਰੇਗੀ। ਸੋ ਡਾਕਟਰ ਸਾਹਿਬ ਇਹ ਤਾਂ ਸੀ ਤੁਸੀਂ ਨਿਸ਼ਾਨੀ ਦੱਸੀ ਆ ਕਿ ਕਰਨਾਲ ਬੰਟ ਦੀ ਆਪਾਂ ਪਛਾਣ ਕਿਵੇਂ ਕਰ ਸਕਦੇ ਹਾਂ। ਬਿਜਾਈ ਤੋਂ ਪਹਿਲਾਂ ਦਾਣਿਆਂ ਦੇ ਵਿੱਚ ਆ ਜਾਂਦੀ ਹੈ ਜਾਂ ਫਿਰ ਜ਼ਮੀਨ ਦੇ ਵਿੱਚ ਕਾਣਾ ਜਿਹੜੇ ਕਰਨਾਲ ਬੰਟ ਦੇ ਪਏ ਰਹਿ ਜਾਂਦੇ ਆ, ਜਿਹੜੇ ਕਿ ਜਦੋਂ ਆਪਾਂ ਕਣਕ ਬੀਜਦੇ ਹਾਂ ਤੇ ਉਹ ਦਾਣਿਆਂ ਦੇ ਵਿੱਚ ਅੱਗੇ ਫੇਰ ਬੀਜ ਦੇ ਵਿੱਚ ਨਾਲ ਬੂਟੇ ਦੇ ਵਿੱਚ ਪੈਦਾ ਹੋ ਜਾਂਦੇ ਆ ਤਾਂ ਅੱਗੇ ਜਾ ਕੇ ਕਣਕ ਦੇ ਦਾਣਿਆਂ ਨੂੰ ਨੁਕਸਾਨ ਕਰਦੇ ਆ। ਸੋ ਡਾਕਟਰ ਸਾਹਿਬ ਆਪਾਂ ਫਿਰ ਇਸ ਬਿਮਾਰੀ ਦੀ ਜੇ ਪਛਾਣ ਹੋ ਗਈ, 4 ਕੁ ਦਾਣੇ ਤੁਸੀਂ ਜਿਸ ਤਰ੍ਹਾਂ ਕਿਹਾ ਵੀ ਆਪਾਂ ਕੱਪੜੇ ਦੇ ਕਾਗਜ਼ ਦੇ ਉੱਤੇ ਪਾ ਕੇ ਦੇਖ ਲਈਏ ਜਾਂ ਚਿੱਟੇ ਕੱਪੜੇ ਦੇ ਪਾ ਕੇ ਦੇਖ ਲਈਏ, ਤਾਂ ਫਿਰ ਆਪਾਂ ਇਹਦਾ ਕੰਟਰੋਲ ਕਿਵੇਂ ਕਰਨਾ? ਸੋ ਇਹਦੀ ਰੋਕਥਾਮ ਜਿਹੜੀ ਹੈਗੀ ਆ ਇਹਦੇ ਵਾਸਤੇ ਸਾਨੂੰ ਜਦ ਅਸੀਂ ਜਿਹੜੀਆਂ ਸਾਰੀਆਂ ਕਿਸਮਾਂ ਦੀ ਗੱਲ ਕਰ ਲਈਏ ਮੋਟੀ ਤੌਰ ਤੇ, ਜਿਹੜੀ 3086 ਜਿਹੜੀ ਹੈਗੀ ਆ ਇਹ ਤਕਰੀਬਨ ਬਿਜਾਈ ਤੋਂ ਬਾਅਦ 80-85 ਦਿਨਾਂ ਬਾਅਦ ਛਿੱਟਿਆਂ ਤੇ ਆ ਜਾਂਦੀ ਹੈ ਜੀ। ਤੇ ਬਾਕੀ ਦੀਆਂ ਜਿਹੜੀਆਂ ਕਿਸਮਾਂ ਨੇ ਅਸੀਂ ਜਦੋਂ ਮਰਜ਼ੀ ਬੀਜ ਲਈਏ ਤਕਰੀਬਨ ਉਹ 95 ਤੋਂ ਲੈ ਕੇ 100 ਦਿਨਾਂ ਦੇ ਵਿੱਚ ਜਿਹੜੀਆਂ ਛਿੱਟਿਆਂ ਦੇ ਨੇੜੇ ਆ ਜਾਂਦੀ, ਛਿੱਟੇ ਨਿਕਲਣੇ ਸ਼ੁਰੂ ਹੋ ਜਾਂਦੇ ਆ ਜੀ। ਸੋ ਇਹਦੇ ਲਈ ਢੁਕਵਾਂ ਸਮਾਂ ਜਿਹੜਾ ਹੈਗਾ 3086 ਜਿਹੜੀ ਹੈਗੀ ਆ ਇਹਦੇ ਵਾਸਤੇ ਜਦੋਂ ਸਾਡੀ ਕਣਕ 80-85 ਦਿਨ ਦੀ ਹੋ ਗਈ, ਛਿੱਟੇ ਅਜੇ ਨਿਕਲਣੇ ਸ਼ੁਰੂ ਹੋਣ ਤੇ ਦੂਸਰੀਆਂ ਬਾਕੀ ਦੀਆਂ ਕਿਸਮਾਂ ਜਿਹੜੀਆਂ ਹੈਗੀਆਂ ਨੇ ਉਹ 95 ਤੋਂ ਲੈ ਕੇ 100 ਦਿਨਾਂ ਦੀਆਂ ਹੋ ਜਾਣ, ਉਹਨਾਂ ਦੇ ਛਿੱਟੇ ਨਿਕਲਣੇ ਸ਼ੁਰੂ ਹੋ ਜਾਣ, ਉਹ ਵਕਤ ਜਿਹੜਾ ਬੜਾ ਢੁਕਵਾਂ ਅਸੀਂ ਉਦੋਂ 200 ਮਿਲੀਲੀਟਰ ਟਿਲਟ ਨੂੰ 200 ਲੀਟਰ ਪਾਣੀ 'ਚ ਘੋਲ ਕੇ ਇੱਕ ਛਿੜਕਾਅ ਕਰ ਦੇਣਾ। ਤੇ ਜੇ ਅਸੀਂ ਛਿੜਕਾਅ ਜਿਹੜਾ ਪਛੇਤਾ ਕਰ ਦਿੰਦੇ ਆ ਤੇ ਫਿਰ ਉਹ ਸਾਡਾ ਛਿੜਕਾਅ ਕੀਤੇ ਦਾ ਕੋਈ ਬਹੁਤਾ ਫਾਇਦਾ ਨਹੀਂ ਹੋਊਗਾ, ਕਿਉਂਕਿ ਇਹਦਾ ਇਲਾਜ ਜਿਹੜਾ ਛਿੱਟੇ ਨਿਕਲਣ ਵੇਲੇ, ਕਿਉਂਕਿ ਬਿਮਾਰੀ ਦੇ ਕਣ ਜਿਹੜੇ ਹੈਗੇ ਤੁਹਾਨੂੰ ਜਿਵੇਂ ਦੱਸਿਆ ਇਹ ਜ਼ਮੀਨ 'ਚੋਂ ਜਿਹੜੇ ਉੱਗ ਕੇ ਫਰਵਰੀ ਮਾਰਚ ਦੇ ਵਿੱਚ ਜਿਹੜੇ ਹੈਗੇ ਨੇ ਇਹ ਹਵਾ 'ਚ ਰਲ ਜਾਂਦੇ ਆ। ਫਿਰ ਇਹ ਜਿਹੜੇ ਛਿੱਟੇ ਦੇ ਉੱਤੇ ਦਾਣਿਆਂ ਦੇ ਵਿੱਚ ਕੁਛ ਕੁ ਦਾਣੇ ਜਿਹੜੇ ਹੈਗੇ ਪ੍ਰਭਾਵਿਤ ਹੁੰਦੇ ਨੇ, ਦਾਣੇ ਦਾ ਵੀ ਕੁਝ ਹਿੱਸਾ ਤੇ ਜਿਹੜੇ ਦਾਣੇ 'ਤੇ ਪੈ ਗਏ ਉੱਥੇ ਇਹਨਾਂ ਨੇ ਇਹ ਬਿਮਾਰੀ ਵਾਲੇ ਕਣ ਜਿਹੜੇ ਹੈਗੇ ਆ ਉੱਥੇ ਲਾ ਲੈਣਾ, ਬਿਮਾਰੀ ਪੈਦਾ ਹੋ ਜਾਣੀ ਆ। ਸੋ ਇਸ ਕਰਕੇ ਛਿੱਟੇ ਜਦੋਂ ਨਿਕਲਣੇ ਸ਼ੁਰੂ ਹੋਣ ਉਸੇ ਵਕਤ ਹੀ ਸਾਨੂੰ ਜਿਹੜਾ ਹੈਗਾ ਟਿਲਟ 200 ਮਿਲੀਲੀਟਰ 200 ਲੀਟਰ ਪਾਣੀ 'ਚ ਘੋਲ ਕੇ ਇੱਕ ਛਿੜਕਾਅ ਕਰ ਦਈਏ ਤੇ ਇਸ ਬਿਮਾਰੀ ਤੋਂ ਆਪਾਂ ਆਪਣਾ ਜਿਹੜਾ ਹੈਗਾ ਮੁਕਤ ਬੀਜ ਜਿਹੜਾ ਪੈਦਾ ਕਰ ਸਕਦੇ ਹਾਂ। ਕਿਸਾਨ ਵੀਰੋ ਦੇਖੋ, ਵੈਸੇ ਤਾਂ ਸਾਨੂੰ ਇਹ ਨਾ ਤਿਆਰੀ ਹੈ ਜਿਹੜੀ ਇਹਨਾਂ ਬਿਮਾਰੀਆਂ ਦੀ ਰੋਕਥਾਮ ਦੀ ਸਾਨੂੰ ਬਿਜਾਈ ਵੇਲੇ ਹੀ ਧਿਆਨ ਰੱਖਣਾ ਚਾਹੀਦਾ ਹੈ ਨਾ ਡਾਕਟਰ ਸਾਹਿਬ? ਬਿਲਕੁਲ। ਜੇ ਸਾਡੇ ਦਾਣਿਆਂ ਦੇ ਵਿੱਚ ਪਹਿਲਾਂ ਹੀ ਬਿਜਾਈ ਵਾਲੇ ਜਿਹੜੇ ਬੀਜ ਆ ਸਾਡਾ ਉਹਦੇ ਵਿੱਚ ਹੀ ਕਰਨਾਲ ਬੰਟ ਦੇ ਕਣ ਨੇ ਤਾਂ ਅਸੀਂ ਉਹਨੂੰ ਨਾ ਬੀਜੀਏ ਜਾਂ ਫਿਰ ਆਪਾਂ ਕੋਈ ਹੋਰ ਉਪਾਅ ਕਰ ਲਈਏ। ਆਪਾਂ ਡਾਕਟਰ ਸਾਹਿਬ ਤੋਂ ਇਹ ਪੁੱਛਦੇ ਹਾਂ ਵੀ ਬੀਜ ਆ ਬੜਾ ਮਹਿੰਗਾ ਹੁੰਦਾ ਜੇ ਆਪਾਂ ਨਵਾਂ ਲੈ ਕੇ ਬੀਜਦੇ ਹਾਂ ਹਰ ਵਾਰੀ, ਕਿ ਜਿਹੜਾ ਪੁਰਾਣਾ ਰੱਖਿਆ ਬੀਜ ਆ ਜੇ ਉਹਦੇ ਵਿੱਚ ਸਾਨੂੰ ਨਜ਼ਰ ਆ ਜਾਂਦਾ ਕਿ ਉਹਦਾ ਵੀ ਕੋਈ ਉਪਾਅ ਕਰ ਸਕਦੇ ਹਾਂ ਆਪਾਂ ਉਦੋਂ? ਕਰਨਾਲ ਬੰਟ ਦਾ ਪ੍ਰਭਾਵਿਤ ਜੇ ਬੀਜ ਆਪਾਂ ਨੂੰ ਮਿਲ ਜਾਂਦਾ ਤੇ ਉਹਦਾ ਜਿਹੜਾ ਹੈਗਾ ਆਪਾਂ ਨਹੀਂ, ਉਹ ਬੀਜ ਨੂੰ ਆਪਾਂ ਰਿਜੈਕਟ ਕਰ ਦੇਣਾ ਬਿਲਕੁਲ, ਕਿਉਂਕਿ ਉਹ ਬੀਜ ਰਾਹੀਂ ਬਿਮਾਰੀ ਨੇ ਚਲੇ ਜਾਣਾ, ਫਿਰ ਉਹ ਜ਼ਮੀਨ 'ਚ ਰਲ ਜਾਂਦੀ ਆ। ਤੇ ਇਹ ਆਪਾਂ ਪਰਖ ਕਰਕੇ ਬੀਜ ਦੀ ਤੇ ਪਹਿਲਾਂ ਦੇਖ ਲੈਣਾ ਵੀ ਸਾਨੂੰ ਬੀਜ ਬਦਲਣ ਦੀ ਲੋੜ ਆ ਜਾਂ ਨਹੀਂ। ਕਈ ਵਾਰੀ ਕਿਸਾਨ ਵੀਰ ਕਹਿੰਦੇ 4 ਦਾਣੇ ਕੀ ਕਰਨਗੇ ਹਨਾ, ਉੱਥੇ ਜਦੋਂ 4 ਦਾਣਿਆਂ ਦੀ ਗੱਲ ਆ ਜਾਂਦੀ ਹੈ ਤੇ ਅੱਗੇ ਫਿਰ ਇੱਕ ਬੱਲੀ ਦੇ ਵਿੱਚੋਂ ਕਿੰਨੇ ਦਾਣੇ ਬਣਨੇ ਆ ਤੇ ਅੱਗੇ ਉਹ ਜਿਹੜੀ ਕਣ ਹਵਾ ਨਾਲ ਕਿੰਨੇ ਬੱਲੀਆਂ ਦੇ ਉੱਤੇ ਜਾਣੇ ਚਲੇ ਜਾਂਦੇ, ਉਹ ਫਿਰ ਬਾਅਦ ਚ ਪਤਾ ਲੱਗਣਾ। ਸੋ ਕਿਸਾਨ ਵੀਰੋ ਅਣਗਹਿਲੀ ਨਹੀਂ ਕਰਨੀ, ਜੇ ਸਾਨੂੰ ਬੀਜ ਦੇ ਵਿੱਚ ਇਹ ਨਜ਼ਰ ਆਉਂਦੀ ਆ ਤਾਂ ਸਾਨੂੰ ਸਾਰੇ ਦਾ ਸਾਰਾ ਬੀਜ ਆ ਉਹ ਬਦਲ ਦੇਣਾ ਚਾਹੀਦਾ ਆ। ਸੋ ਡਾਕਟਰ ਸਾਹਿਬ ਆਪਾਂ ਇੱਥੇ ਇੱਕ ਛੋਟੀ ਜਿਹੀ ਗੱਲ ਮੈਂ ਇਹ ਵੀ ਤੁਹਾਡੇ ਤੋਂ ਪੁੱਛਣਾ ਚਾਹੂੰਗਾ ਕਿ ਇਹਦੀ ਰਹਿੰਦ ਖੂੰਹਦ ਵੀ ਕਣਾਂ ਦੀ ਜ਼ਮੀਨ 'ਚ ਰਹਿ ਜਾਂਦੀ ਹੈ ਜੇ ਇਸ ਵਾਰ ਕਣਕ ਦੇ ਉੱਤੇ ਆ ਗਈ ਇਹ ਕਰਨਾਲ ਬੰਟ ਤਾਂ ਕੀ ਉਸ ਖੇਤ ਦੇ ਵਿੱਚ ਇਹ ਕਣ ਰਹਿ ਗਏ ਤਾਂ ਉੱਗ ਸਕਦੇ ਅੱਗੇ ਬੂਟਿਆਂ ਦੇ ਨਾਲ? ਬੀਜ ਰਾਹੀਂ ਇਹਦੀ ਇੱਕ ਵਾਰੀ ਇਨਫੈਕਸ਼ਨ ਜਿਹੜੀ ਹੈਗੀ ਆ ਉਹ ਹੋ ਗਈ ਤੇ ਫਿਰ ਬਾਅਦ 'ਚ ਇਹਦੇ ਕਣ ਜਿਹੜੇ ਹੈਗੇ ਆ ਮਿੱਟੀ ਚਲੇ ਜਾਣ। ਮਿੱਟੀ ਦੇ ਵਿੱਚ ਇਹ ਕਣ ਜਿਹੜੇ ਹੈਗੇ ਨੇ 4-5 ਸਾਲ ਲਈ ਜਿਹੜੇ ਹੈਗੇ ਜਿਉਂਦੇ ਰਹਿੰਦੇ ਨੇ। ਤੇ ਇਸੇ ਕਰਕੇ ਆਪਾਂ ਜ਼ਰੂਰੀ ਗੱਲ ਕਹਿ ਦਿੰਦੇ ਆ ਕਰਨਾਲ ਬੰਟ ਤੋਂ ਬਚਾਅ ਦੇ ਲਈ ਪਹਿਲਾਂ ਦੀ ਪਰਖ ਕਰ ਲਈਏ, ਜੇ ਥੋੜੇ ਬਹੁਤੇ ਦਾਣੇ ਹੋਣ ਫਿਰ ਅਸੀਂ ਬੀਜ ਬਦਲ ਲੈਣਾ, ਕਿਉਂਕਿ ਬੀਜ ਰਾਹੀਂ ਨਹੀਂ ਤਾਂ ਬਿਮਾਰੀ ਜ਼ਮੀਨ 'ਚ ਚਲੇ ਜਾਊ। ਡਾਕਟਰ ਸਾਹਿਬ ਜਿਹੜੇ ਖੇਤ ਦੇ ਵਿੱਚ ਇੱਕ ਵਾਰ ਆ ਗਈ ਜੇ ਉਹਦੇ ਕਣ ਜ਼ਮੀਨ ਦੇ ਵਿੱਚ ਡਿੱਗ ਗਏ ਤਾਂ 5-4 ਸਾਲ ਜਿਹੜੇ ਉਹ ਕਣ ਜਿਉਂਦੇ ਰਹਿੰਦੇ ਆ। ਸੋ ਇਸ ਲਈ ਇਹਦਾ ਇਹੀ ਇਲਾਜ ਹੈ ਵੀ ਆਪਾਂ ਇਹਨੂੰ ਕੰਟਰੋਲ ਜ਼ਰੂਰ ਕਰ ਲਈਏ ਸਮੇਂ ਰਹਿੰਦੇ, ਤਾਂ ਕਿ ਉਹ ਕਣਾਂ ਜਿਹੜੀ ਜ਼ਮੀਨ 'ਚ ਡਿੱਗਣ ਹੀ ਨਾ, ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਆਪਾਂ ਨਵੀਂ ਕਣਕ ਬੀਜਾਂਗੇ ਆਉਂਦੇ ਸਾਲ ਤੇ ਉਹਦੇ ਉੱਤੇ ਨਾ ਇਹ ਅਸਰ ਕਰਨ। ਸੋ ਡਾਕਟਰ ਸਾਹਿਬ ਨੇ ਤੁਹਾਨੂੰ ਕੰਟਰੋਲ ਵੀ ਕਿਸਾਨ ਵੀਰੋ ਦੱਸ ਹੀ ਦਿੱਤਾ ਕਿ ਟਿਲਟ ਆ ਜਿਹੜੀ 200 ਮਿਲੀਲੀਟਰ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਇਹਦਾ ਛਿੜਕਾਅ ਕਰਨਾ ਆ। ਸੋ ਡਾਕਟਰ ਸਾਹਿਬ ਆਪਾਂ ਗੱਲ ਕਰੀਏ ਇੱਕ ਹੋਰ ਬਿਮਾਰੀ ਚਿੱਟੋ ਦੀ, ਉਹ ਕੀ ਹੈ? ਵੈਸੇ ਮੈਨੂੰ ਲੱਗਦਾ ਹੁਣੇ ਆਉਣੀ ਸ਼ੁਰੂ ਹੋਈ ਆ ਬਿਮਾਰੀ, ਪਹਿਲਾਂ ਤਾਂ ਨਹੀਂ ਸੀ ਸੁਣੀ ਇਹ।
ਕੀ ਇਹ ਬਿਮਾਰੀ ਆ? ਥੋੜਾ ਜਿਹਾ ਇਹਦੀ ਨਿਸ਼ਾਨੀਆਂ ਦੱਸੋ ਪਹਿਲਾਂ ਤਾਂ, ਕਣਕ ਦੇ ਉੱਤੇ ਕੀ ਹੋ ਜਾਂਦੀਆਂ ਨੇ, ਕਦੋਂ ਆਉਂਦੀ ਆ? ਚੌਹਾਨ ਸਾਹਿਬ, ਕਣਕ ਦੀ ਚਿੱਟੋਂ ਇਹ ਵੀ ਇੱਕ ਉੱਲੀ ਦੀ ਬਿਮਾਰੀ ਹੈ ਜੀ। ਇਹ ਖਾਸ ਤੌਰ ਤੇ ਇਹਦਾ ਹਮਲਾ ਜਿਹੜਾ ਹੈਗਾ ਦਰਖਤਾਂ ਦੇ ਥੱਲੇ ਜੀ। ਸਾਡਾ ਇੱਧਰ ਹੁਸ਼ਿਆਰਪੁਰ ਦਾ ਏਰੀਆ, ਰੋਪੜ ਕੰਢੀ ਦਾ ਏਰੀਆ ਜਿਹੜਾ ਹੈਗਾ, ਉੱਥੇ ਜਿੱਥੇ ਜਿੱਥੇ ਜ਼ਿਆਦਾ ਦਰਖਤ ਲੱਗਿਆ ਸੜਕਾਂ ਦੇ ਨਾਲ ਨਾਲ, ਉੱਥੇ ਜਾਂ ਅਸੀਂ ਜਦੋਂ ਕਣਕ ਦਾ ਬੀਜ ਜਿਹੜਾ ਵੱਧ ਪਾ ਲੈਂਦੇ ਹਾਂ ਅਤੇ ਪਾਣੀ ਲਾਉਂਦੇ ਹਾਂ ਅਤੇ ਖਾਦ ਵੱਧ ਪਾ ਲੈਂਦੇ ਹਾਂ, ਅਤੇ ਉੱਥੇ ਇਸ ਬਿਮਾਰੀ ਦਾ ਜਿਹੜਾ ਹਮਲਾ ਹੋ ਜਾਂਦਾ। ਇਸ ਬਿਮਾਰੀ ਦੇ ਹਮਲੇ ਦੇ ਨਾਲ ਕੀ ਹੁੰਦਾ, ਪੱਤਿਆਂ ਦੇ ਉੱਤੇ ਆਟੇ ਵਰਗੇ ਜਿਹੜੇ ਹੈਗੇ ਨੇ, ਜਿਹੜੇ ਆਪਾਂ ਕਹਿ ਦਈਏ ਵੀ ਕਣ ਜੇ ਚਮਕ ਜਾਂਦੇ ਨੇ ਉੱਤੇ। ਜੀ ਜੀ। ਅਤੇ ਬਾਅਦ 'ਚ ਇਹਨਾਂ ਦਾ ਰੰਗ ਜਿਹੜਾ ਹੈਗਾ ਚਿੱਟੇ ਤੋਂ ਬਦਾਮੀ ਹੋ ਜਾਂਦਾ ਅਤੇ ਬਾਅਦ ਦੇ ਵਿੱਚ ਹੌਲੀ ਹੌਲੀ ਗੂੜਾ ਹਰਾ ਹੋ ਜਾਂਦਾ। ਸੋ ਜਦੋਂ ਇਹ ਬਿਮਾਰੀ ਜਿਹੜੀ ਹੈਗੀ ਆ ਪੱਤਿਆਂ 'ਤੇ ਹੋਵੇ, ਫਿਰ ਸਾਨੂੰ ਬਹੁਤਾ ਕੋਈ ਸੋਚਣ ਦੀ ਲੋੜ ਨਹੀਂ ਹੁੰਦੀ। ਅੱਛਾ ਜੀ। ਪਰ ਜਦੋਂ ਬਿਮਾਰੀ ਜਿਹੜੀ ਹੈ ਛਿੱਟਿਆਂ ਦੇ ਵਿੱਚ ਚਲੇ ਜਾਵੇ ਅਤੇ ਉਦੋਂ ਇਹਦੇ ਨਾਲ ਜਿਹੜਾ ਸਾਡਾ ਕਣਕ ਦੇ ਝਾੜ ਦਾ ਨੁਕਸਾਨ ਹੁੰਦਾ। ਅਜਿਹੀ ਬਿਮਾਰੀ ਨਾਲ ਪ੍ਰਭਾਵਿਤ ਕਣਕ ਦੇ ਜਿਹੜੇ ਹੈਗੇ ਦਾਣੇ, ਉਹ ਜਿਹੜੇ ਹੈਗੇ ਪਿਚਕੇ ਹੋਏ ਹੋਣਗੇ, ਉਹਨਾਂ ਦਾ ਸਾਈਜ਼ ਨਹੀਂ ਪੂਰਾ ਬਣੂਗਾ। ਅਤੇ ਇਹ ਕਈ ਵਾਰੀ ਦੇਖਦੇ ਹਾਂ ਵੀ ਜਦੋਂ ਰੰਗ ਇਹਦਾ ਜਿਹੜਾ ਹਰਾ ਹੋ ਜਾਂਦਾ, ਗੂੜਾ ਹਰਾ ਹੋ ਜਾਂਦਾ, ਬਾਅਦ ਦੇ ਵਿੱਚ ਕਈ ਵਾਰੀ ਸਾਡੇ ਜ਼ਿਮੀਂਦਾਰ ਭਰਾ ਤੇਲੇ ਦਾ ਭੁਲੇਖਾ ਖਾ ਲੈਂਦੇ ਨੇ। ਹਾਂਜੀ ਹਾਂਜੀ। ਕਿਉਂਕਿ ਇਹ ਗੂੜੇ ਹਰੇ ਰੰਗ ਦਾ ਮਾਦਾ ਬਾਅਦ 'ਚ ਜਿਹੜਾ ਹੈਗਾ ਪੱਤਿਆਂ ਦੇ ਕਸੀਰਾਂ ਤੱਕ ਵੀ ਜਿਹੜਾ ਚਲਿਆ ਜਾਂਦਾ। ਇਹ ਜਿਹੜਾ ਪਹਿਲਾਂ ਚਿੱਟੇ ਰੰਗ ਦੇ ਤੇ ਬਾਅਦ ਦੇ ਵਿੱਚ ਇਹ ਜਦੋਂ ਹਰੇ ਹੋ ਜਾਂਦੇ ਆ, ਇਹ ਜਿਹੜੇ ਤੇਲੇ ਦਾ ਵੀ ਭੁਲੇਖਾ ਸਾਨੂੰ ਪਾਉਂਦੇ ਆ। ਸੋ ਨਿਸ਼ਾਨੀ ਡਾਕਟਰ ਸਾਹਿਬ ਨੇ ਦੱਸਿਆ ਆਪਾਂ ਨੂੰ, ਇਹ ਖੇਤ ਦੇ ਵਿੱਚ ਸਰਵੇ ਜ਼ਰੂਰ ਕਰਨਾ ਪਊਗਾ। ਜੇ ਕਿਤੇ ਇਹ ਆ ਗਿਆ, ਕਿਤੇ ਆਪਾਂ ਦਵਾਈ ਜਿਹੜੀ ਤੇਲੇ ਵਾਲੀ ਛਿੜਕਾਈ ਜਾਈਏ ਤੇ ਹੋਵੇ ਉਹ ਬਿਮਾਰੀ ਕੰਟਰੋਲ ਹੋਵੇ ਨਾ, ਸੋ ਉਹਦੇ ਨਾਲ ਆਪਾਂ ਆਪਣਾ ਨੁਕਸਾਨ ਕਰ ਬੈਠਾਂਗੇ। ਜ਼ਰੂਰੀ ਹੈ ਕਿ ਆਪਾਂ ਸਮਾਂ ਰਹਿੰਦੇ ਸਰਵੇ ਕਰੀਏ, ਪਹਿਲਾਂ ਬਿਲਕੁਲ ਐਨ ਨਜ਼ਦੀਕ ਜਾ ਕੇ ਬੱਲੀ ਕੱਲੀ ਕੱਲੀ ਦੇਖੀਏ ਜਿੱਥੇ ਸਾਨੂੰ ਕੋਈ ਅਸਰ ਨਜ਼ਰ ਆਉਂਦਾ, ਫਿਰ ਹੀ ਆਪਾਂ ਇਹਦੇ ਕੰਟਰੋਲ ਵੱਲ ਨੂੰ ਤੁਰੀਏ। ਸੋ ਡਾਕਟਰ ਸਾਹਿਬ, ਫਿਰ ਆਪਾਂ ਜੇ ਇਹ ਬਿਮਾਰੀ ਸਾਨੂੰ ਖੇਤ ਦੇ ਵਿੱਚ ਨਜ਼ਰ ਆ ਵੀ ਗਈ ਹੈ ਚਿੱਟੋ, ਤੇ ਇਹ ਇੱਕ ਮੈਨੂੰ ਇਹ ਵੀ ਦੱਸੋ ਕਿ ਚਿੱਟੋ ਇੱਕ ਸਰੋਂ 'ਚ ਵੀ ਆਉਂਦੀ ਹੈ, ਕੋਈ ਸੇਮ ਸਪੀਸੀ ਹੈ? ਕੋਈ ਮਾੜਾ ਮੋਟਾ ਇਹ ਵੀ ਸਾਨੂੰ ਜ਼ਰੂਰ ਜਾਣਕਾਰੀ ਦਿਓ ਕਿ ਇਹ ਸੇਮ ਆ ਅਤੇ ਆਪਾਂ ਇਹਦਾ ਕੰਟਰੋਲ ਫਿਰ ਕਿਵੇਂ ਕਰਨਾ? ਨਹੀਂ, ਸਰੋਂ ਦੇ ਵਿੱਚ ਜਿਹੜੀ ਚਿੱਟੋ ਆਉਂਦੀ ਹੈ ਉਹ ਵੱਖਰੀ ਆ ਜੀ, ਅਤੇ ਉਹ ਵੱਖਰੀ ਉੱਲੀ ਦੇ ਨਾਲ ਹੁੰਦੀ ਆ ਜੀ, ਅਤੇ ਇਹ ਜਿਹੜੀ ਹੈਗੀ ਆ ਇਹ ਵੱਖਰੀ ਉੱਲੀ ਦੇ ਨਾਲ ਹੁੰਦੀ ਆ। ਠੀਕ ਹੈ। ਇਹ ਪਾਊਡਰੀ ਮਿਲਡੂ ਆਪਾਂ ਕਹਿ ਦਿੰਦੇ ਹਾਂ ਇਹਨੂੰ, ਅਤੇ ਉਹਨੂੰ ਆਪਾਂ ਵਾਈਟ ਰਸਟ ਕਹਿ ਦਿੰਦੇ ਹਾਂ, ਚਿੱਟੀ ਕੁੰਗੀ ਕਹਿ ਦਿੰਦੇ ਹਾਂ ਸਰੋਂ ਦੇ ਉੱਤੇ ਜਿਹੜੀ ਹੈਗੀ ਹੈ ਚਿੱਟੋ ਜਿਹੜੀ ਆਉਂਦੀ ਆ। ਬਿਲਕੁਲ ਬਿਲਕੁਲ। ਸੋ ਇਹਦੇ ਉੱਤੇ ਜੇ ਤਾਂ ਪੱਤਿਆਂ 'ਤੇ ਆ ਗਈ ਬਿਮਾਰੀ, ਫਿਰ ਤਾਂ ਬਹੁਤਾ ਆਪਾਂ ਨੂੰ ਇਹਦੇ ਬਾਰੇ ਧਿਆਨ ਦੇਣ ਦੀ ਲੋੜ ਨਹੀਂ ਹੁੰਦੀ, ਅਤੇ ਇਹ ਥੋੜ੍ਹੀ ਜਗ੍ਹਾ 'ਤੇ ਆਉਣੀ ਆ, ਉੱਥੇ ਕੀ ਛਿੜਕਾਅ ਕਰ ਦਈਏ। ਪਰ ਜਦੋਂ ਇਹ ਛਿੱਟਿਆਂ ਦੇ ਉੱਤੇ ਬਿਮਾਰੀ ਚਲੇ ਜਾਂਦੀ ਹੈ ਫਰਵਰੀ ਮਾਰਚ ਦੇ ਵਿੱਚ, ਥੋੜ੍ਹਾ ਮੌਸਮ ਜਦੋਂ ਸਿੱਲਾ ਹੋ ਜਾਂਦਾ, ਅਤੇ ਉਦੋਂ ਸਾਨੂੰ ਖਿਆਲ ਰੱਖਣਾ ਚਾਹੀਦਾ। ਉਦੋਂ ਅਸੀਂ ਇੱਕ ਛਿੜਕਾਅ ਜਿਹੜਾ ਨਟੀਵੋ ਜਿਹੜੀ ਹੈਗੀ ਆ 120 ਗ੍ਰਾਮ ਆਪਣੇ 200 ਲੀਟਰ ਪਾਣੀ 'ਚ ਘੋਲ ਕੇ ਇੱਕ ਛਿੜਕਾਅ ਕਰ ਦਈਏ, ਉਹ ਤੋਂ ਇਹਦਾ ਬਚਾਅ ਜਿਹੜਾ ਉਹ ਹੋ ਸਕਦਾ। ਡਾਕਟਰ ਅਮਰਜੀਤ ਜੀ, ਸਾਡੇ ਕਿਸਾਨ ਵੀਰ ਕੀ ਕਰਦੇ ਆ, ਜਦੋਂ ਕਿਤੇ ਥੋੜ੍ਹੀ ਜਿਹੀ ਜਗ੍ਹਾ 'ਤੇ ਨਜ਼ਰ ਆਈ ਨਾ ਬਿਮਾਰੀ, ਆਪਣੇ ਪੰਜਾਬ ਦੇ ਵਿੱਚ ਇੱਕ ਜਿਹੜੀ ਨਾ ਕੰਟਰੋਲ ਕਰਨ ਦੀ ਇੱਕ ਮਈਹਰ ਆ, ਉਹ ਇਹ ਹੈ ਕਿ ਜਿੱਥੇ ਕਿਤੇ ਨਜ਼ਰ ਆਉਂਦੀ ਹੈ ਨਾ ਕਿਸਾਨ ਵੀਰ, ਉੱਥੇ ਇੱਕ ਸਪਰੇਅ ਕਰ ਦਿੰਦੇ ਆ। ਕੀ ਇਹ ਠੀਕ ਹੈ? ਦੇਖੋ, ਚਿੱਟੋਂ ਵਾਸਤੇ ਜਿੱਥੇ ਜੇ ਬਿਮਾਰੀ ਜੇ ਆ ਗਈ, ਆਪਾਂ ਹੁਣ ਪੀਲੀ ਕੁੰਗੀ ਦੀ ਵੀ ਗੱਲ ਕਰ ਲੈਂਦੇ ਹਾਂ ਵੀ ਸ਼ੁਰੂ ਦੇ ਵਿੱਚ, ਜਿਵੇਂ ਹੁਣ ਇਹਨਾਂ ਦਿਨਾਂ ਵਿੱਚ ਧੋੜੀਆਂ 'ਚ ਇਹ ਬਿਮਾਰੀਆਂ ਜਦੋਂ ਸ਼ੁਰੂ ਹੁੰਦੀਆਂ ਨੇ, ਅਤੇ ਉਦੋਂ ਸਾਨੂੰ ਸਾਰੇ ਖੇਤਰਾਂ ਦੇ ਵਿੱਚ ਦਵਾਈ ਛਿੜਕਣ ਦੀ ਲੋੜ ਨਹੀਂ ਹੈਗੀ। ਅਤੇ ਪੀਲੀ ਕੁੰਗੀ ਹੋਈ, ਇਹ ਹੋਈ, ਅਤੇ ਇਹਨਾਂ ਦੇ ਲਈ ਜਿੱਥੇ ਜਿੱਥੇ ਬਿਮਾਰੀ ਦਾ ਹਮਲਾ ਹੋਇਆ, ਪਹਿਲਾਂ ਸ਼ੁਰੂਆਤੀ ਹਮਲਾ ਜਿਹੜਾ ਹੈਗਾ ਅਸੀਂ ਉੱਲੀ ਨਾਸ਼ਕਾਂ ਦਾ ਜਿਹੜਾ ਇੱਕ ਢੋਲੀ ਪ੍ਰਤੀ ਢੋਲੀ ਦੇ ਹਿਸਾਬ ਨਾਲ ਜਿਹੜਾ ਹੈਗਾ ਉੱਲੀ ਨਾਸ਼ਕ ਪਾ ਕੇ, ਅਤੇ ਉੱਥੇ ਅਸੀਂ ਚੰਗੀ ਤਰ੍ਹਾਂ ਉਹਨਾਂ ਧੋੜੀਆਂ ਨੂੰ ਨਸ਼ਟ ਕਰ ਦੇਣਾ। ਕਿਸਾਨ ਵੀਰ ਨਾ ਕਈ ਵਾਰੀ ਥੋੜ੍ਹਾ ਜਿਹਾ ਆਪਣਾ ਟਾਈਮ ਬਚਾਉਣ ਦੇ ਮਾਰੇ ਜਾਂ ਲੇਬਰ ਬਚਾਉਣ ਦੇ ਮਾਰੇ ਵਿੱਚ ਹੀ ਤੇਲੇ ਵਾਲੀ ਠੋਕ ਲਓ ਜੀ, ਵਿੱਚ ਹੀ ਕੀੜੇ ਵਾਲੀ ਪਾ ਲਓ ਅਤੇ ਵਿੱਚ ਹੀ ਪਾ ਲਈਏ ਆਪਾਂ ਬਿਮਾਰੀ ਵਾਲੀ। ਕੀ ਇਹ ਵੀ ਜਾਇਜ਼ ਹੈ? ਨਹੀਂ, ਇਹ ਜਿਹੜਾ ਨਾ ਤਰੀਕਾ ਸਾਡਾ ਗਲਤ ਹੋ ਜਾਂਦਾ। ਜ਼ਿਮੀਂਦਾਰ ਤਾਂ ਲੇਬਰ ਬਚਾਉਂਦਾ, ਪਰ ਕਿਉਂਕਿ ਅਸੀਂ ਦੇਖਦੇ ਹਾਂ ਵੀ ਤੇਲੇ ਵਾਲੀ ਜਿਹੜੀ ਦਵਾਈ ਅਸੀਂ ਜਦੋਂ ਛਿੜਕਣੀ ਆ, ਉਹਦੇ ਲਈ ਪਾਣੀ ਦੀ ਮਾਤਰਾ ਅਸੀਂ ਕਹਿੰਦੇ ਹਾਂ ਵੀ 100 ਲੀਟਰ ਪਾਣੀ, ਅਤੇ ਜਦੋਂ ਕਿ ਉੱਲੀ ਨਾਸ਼ਕ ਜਿਹੜੀ ਛਿੜਕਣੀ ਆ ਅਤੇ ਅਸੀਂ 200 ਲੀਟਰ ਪਾਣੀ ਜਿਹੜਾ ਹੈਗਾ ਉਹ ਗੱਲ ਕਹਿੰਦੇ ਹਾਂ। ਸੋ ਇਹਨਾਂ ਦੇ ਵਿੱਚ ਵੀ ਇਹਨਾਂ ਦੀ ਆਪਸ ਵਿੱਚ ਹੀ ਕੰਪੈਟੇਬਿਲਿਟੀ ਹੈ ਜਾਂ ਨਹੀਂ, ਉਹ ਵੀ ਬੜਾ ਜਿਹੜਾ ਹੈ ਮਾਇਨੇ ਰੱਖਦਾ। ਕਈ ਵਾਰੀ ਜਦੋਂ ਅਸੀਂ ਕਈ ਵਾਰੀ ਸ਼ਿਕਾਇਤਾਂ ਆਉਂਦੀਆਂ ਨੇ, ਜਦੋਂ 2-2 3-3 ਦਵਾਈਆਂ ਅਸੀਂ ਮਿਲਾ ਕੇ ਛਿੜਕ ਲੈਂਦੇ ਹਾਂ, ਅਤੇ ਉਹਦੇ ਨਾਲ ਸਾਡਾ ਫਾਇਦਾ ਹੋਣ ਦੀ ਬਜਾਏ ਜਿਹੜਾ ਹੈ ਉਲਟਾ ਨੁਕਸਾਨ ਹੋ ਜਾਂਦਾ। ਯੂਨੀਵਰਸਿਟੀ ਵੱਲੋਂ ਦਵਾਈਆਂ ਜਿਹੜੀਆਂ ਆਪਸ ਵਿੱਚ ਹੀ ਮਿਲਾ ਕੇ ਛਿੜਕਣ ਦੀ ਸਲਾਹ ਨਹੀਂ ਦਿੱਤੀ ਜਾਂਦੀ। ਕਿਸਾਨ ਵੀਰੋ, ਦੇਖੋ ਆਪਾਂ ਕੰਟਰੋਲ ਕਰਨਾ ਬਿਮਾਰੀਆਂ ਦਾ, ਕੀੜਿਆਂ ਵਾਲੀਆਂ ਬਿਮਾਰੀਆਂ ਦਵਾਈਆਂ ਜਿਹੜੀਆਂ ਹੋਰ ਨੇ, ਅਤੇ ਉਹਦੀ ਸਿਫਾਰਿਸ਼ ਪਾਣੀ ਦੀ ਮਾਤਰਾ ਹੋਰ ਹੈ, ਜਿਹੜੀ ਉੱਲੀ ਨਾਸ਼ਕ ਨੇ ਉਹਨਾਂ ਦੀ ਪਾਣੀ ਦੀ ਮਾਤਰਾ ਹੋਰ ਹੈ। ਸੋ ਆਪਾਂ ਕਦੇ ਵੀ ਇਹਨਾਂ ਨੂੰ ਨਾ ਰਲਾਈਏ ਤਾਂ ਚੰਗਾ ਆ।
ਕਿਉਂਕਿ ਨਹੀਂ ਤਾਂ ਕਈ ਵਾਰੀ ਫਿਰ ਡਾਕਟਰ ਸਾਹਿਬ ਨੇ ਜਿਵੇਂ ਦੱਸਿਆ ਆ ਕਿ ਦਵਾਈ ਅਸਰ ਨਹੀਂ ਕਰਦੀ, ਨਾ ਤਾਂ ਸਾਡਾ ਤੇਲਾ ਮਰਦਾ ਤੇ ਨਾ ਸਾਡੀ ਬਿਮਾਰੀ ਦੂਰ ਹੁੰਦੀ ਆ। ਸੋ ਉਹੀ ਫਿਰ ਆਪਾਂ ਉੱਥੇ ਦੀ ਉੱਥੇ ਖੜੇ ਰਹਿ ਜਾਂਦੇ ਆ। ਸੋ ਡਾਕਟਰ ਸਾਹਿਬ ਥੋੜ੍ਹਾ ਜਿਹਾ ਛਿੜਕਾਅ ਬਾਰੇ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸ ਦਿਓ ਕਿ ਕਿਹੜੇ ਪੰਪ ਨਾਲ ਕਰਨਾ। ਪਤਾ ਕੀ ਹੁੰਦਾ ਜੀ, ਇੰਜਣ ਵਾਲੇ ਪੰਪ ਨੇ ਅੱਜ ਕੱਲ੍ਹ, ਉਹ ਯਾਰ ਇੱਕ ਖੇਤ 'ਚ ਆਈ ਆ ਬਿਮਾਰੀ ਸਾਰਿਆਂ 'ਚ ਹੀ ਛਿੜਕ ਦਿਓ, ਕਿਉਂਕਿ ਬਹੁਤਾ ਜ਼ੋਰ ਨਹੀਂ ਲੱਗਦਾ। ਟਰੈਕਟਰ ਦੇ ਪਿੱਛੇ ਪੰਪ ਆ, ਦਵਾਈ ਘੋਲੀ ਤੇ ਉਹ ਸਿੱਧਾ ਚੱਕੀ ਜਾਂਦੇ ਆ ਫੱਟੇ। ਸੋ ਥੋੜ੍ਹਾ ਇਹਦੇ ਬਾਰੇ ਦੱਸੋ ਕਿ ਆਪਾਂ ਜਿਹੜੇ ਛਿੜਕਾਅ ਕਿਹੜੇ ਪੰਪ ਨਾਲ ਕਿਸ ਤਰ੍ਹਾਂ ਕਰੀਏ। ਇਹਨਾਂ ਉੱਲੀਨਾਸ਼ਕ ਜਾਂ ਕੀਟਨਾਸ਼ਕਾਂ ਦਾ ਛਿੜਕਾਅ ਕਰਨ ਲਈ ਸਭ ਤੋਂ ਵਧੀਆ ਜਿਹੜੇ ਹੈਗੇ ਨੇ ਸਾਡੇ ਪਿੱਠੂ ਪੰਪ ਜਿਹੜੇ ਹੈਗੇ ਨੇ। ਹਾਂਜੀ। ਤੇ ਦੂਸਰੀ ਗੱਲ, ਪੰਪ ਤੋਂ ਇਲਾਵਾ ਜਿਹੜਾ ਹੈਗਾ ਨੋਜ਼ਲ ਦਾ ਜਿਹੜਾ ਜ਼ਰੂਰ ਖਿਆਲ ਰੱਖਣਾ ਚਾਹੀਦਾ। ਤੇ ਉਹ ਵੱਧ ਪਾਣੀ ਕੱਢਣ ਦੇ ਲਈ ਕੱਟ ਵਾਲੀ ਨੋਜ਼ਲ ਵਰਤ ਲੈਂਦੇ ਨੇ। ਕੱਟ ਵਾਲੀ ਨੋਜ਼ਲ ਦੇ ਨਾਲ ਕੀ ਹੁੰਦਾ ਵੀ ਪਾਣੀ ਜਿਹੜਾ ਹੈਗਾ ਸਾਡਾ ਦਵਾਈ ਅਸੀਂ ਮਿਲਾਈ ਹੈਗੀ ਆ, ਘੋਲ ਜਿਹੜਾ ਸਾਰਾ ਉਹ ਜ਼ਮੀਨ ਤੇ ਡਿੱਗ ਪੈਂਦਾ। ਤੇ ਕਿਉਂਕਿ ਬਿਮਾਰੀ ਜਾਂ ਕੀੜੇ ਦਾ ਹਮਲਾ ਜਿਹੜਾ ਉਹ ਪੱਤਿਆਂ ਦੇ ਉੱਤੇ ਹੁੰਦਾ। ਜਿੰਨਾ ਚਿਰ ਇਹ ਦਵਾਈਆਂ ਜਿਹੜੀਆਂ ਹੈਗੀਆਂ ਨੇ ਪੱਤਿਆਂ ਦੇ ਉੱਤੇ ਨਹੀਂ ਪੈਂਦੀਆਂ, ਉਹਨਾਂ ਚਿਰ ਇਹਨਾਂ ਦਾ ਜਿਹੜਾ ਹੈਗਾ ਪ੍ਰੋਪਰ ਜਿਹੜਾ ਆਪਾਂ ਕਹਿ ਦਈਏ ਵੀ ਉਹ ਰੋਕਥਾਮ ਜਿਹੜੇ ਨਤੀਜੇ ਸਾਨੂੰ ਨਹੀਂ ਮਿਲਦੇ। ਇਸ ਕਰਕੇ ਗੋਲ ਫੁਹਾਰੇ ਵਾਲੀ ਨੋਜ਼ਲ ਵਰਤਣੀ ਆ, ਪਿੱਠੂ ਵਾਲਾ ਪੰਪ ਜਿਹੜਾ ਵਰਤਣਾ। ਜੇ ਇੰਜਨ ਵਾਲਾ ਜਿਹੜਾ ਸਪਰੇਅ ਪੰਪ ਵਰਤਣਾ ਤੇ ਪਾਣੀ ਦੀ ਮਾਤਰਾ ਜਿਹੜੀ ਆ ਉਹਦੇ ਵਿੱਚ ਘਟ ਜਾਣੀ ਆ। ਤੁਸੀਂ ਵਿਸਥਾਰ ਨਾਲ ਸਾਡੇ ਕਿਸਾਨ ਵੀਰਾਂ ਨੂੰ ਕਣਕ ਦੇ ਉੱਤੇ ਆਉਂਦੀਆਂ ਬਿਮਾਰੀਆਂ ਦੀ ਰੋਕਥਾਮ ਬਾਰੇ ਦੱਸਿਆ। ਉਮੀਦ ਕਰਦਾ ਸਾਡੇ ਕਿਸਾਨ ਵੀਰ ਤੁਹਾਡੇ ਦੱਸੇ ਨੁਕਤਿਆਂ ਦੇ ਉੱਤੇ ਚੱਲਦੇ ਹੋਏ ਕਣਕ ਦੇ ਵਿੱਚ ਅਗਾਊਂ ਬਿਮਾਰੀਆਂ ਦੀ ਰੋਕਥਾਮ ਕਰਨਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਝਾੜ ਦਾ ਜਿਹੜਾ ਕਣਕ ਦਾ ਝਾੜ ਵਧੀਆ ਲੈਣਗੇ। ਸੋ ਦੋਸਤੋ, ਕੱਟ ਵਾਲੀ ਨੋਜ਼ਲ ਡਾਕਟਰ ਸਾਹਿਬ ਨੇ ਦੱਸਿਆ, ਇਹ ਜ਼ਰੂਰ ਧਿਆਨ 'ਚ ਰੱਖਿਓ, ਸਿਰਫ ਨਦੀਨਾਂ ਲਈ ਵਰਤੀ ਜਾਂਦੀ ਹੈ, ਨਾ ਕਿ ਬਿਮਾਰੀਆਂ ਜਾਂ ਕੀੜਿਆਂ ਦੀ ਰੋਕਥਾਮ ਲਈ। ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ, ਤੁਹਾਡਾ ਇੰਨੀ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ।